ਹੈਲੋ ਡੀਅਰ ਸਟੂਡੈਂਟ, ਪਹਿਲਾਂ ਅਸੀਂ ਨਾਵਲ ਮੜੀ ਦਾ ਦੀਵਾ ਦੇ ਕਾਂਡ ਨੰਬਰ 11 ਦੀ ਰੀਡਿੰਗ ਕੰਪਲੀਟ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਇਸ ਦਾ ਸਾਰ ਕਰਨਾ ਹੈ। ਠੀਕ ਹੈ, ਅਤੇ ਇਹ ਸਾਰ ਤੁਸੀਂ ਆਪਣੀਆਂ ਕਾਪੀਜ਼ ਦੇ ਉੱਪਰ ਲਿਖਣਾ ਹੈ। ਓਕੇ ਬੇਟਾ, ਸਭ ਤੋਂ ਪਹਿਲਾਂ ਅਸੀਂ ਪ੍ਰਸ਼ਨ ਰੀਡ ਕਰਾਂਗੇ। ਨਾਵਲ ਮੜੀ ਦਾ ਦੀਵਾ ਦੇ ਕਾਂਡ 11 ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਠੀਕ ਹੈ, ਨੈਕਸਟ ਉੱਤਰ ਦੇਖੋ ਬੇਟਾ। ਕਾਂਡ 11 ਸਾਡੀ ISC ਬੋਰਡ ਵੱਲੋਂ ਪ੍ਰਵਾਨਿਤ ਪੁਸਤਕ ਨਾਵਲ ਮੜੀ ਦਾ ਦੀਵਾ ਵਿੱਚੋਂ ਲਿਆ ਗਿਆ ਹੈ, ਜੋ ਕਿ ਗੁਰਦਿਆਲ ਸਿੰਘ ਜੀ ਦੀ ਸ਼ਾਹਕਾਰ ਰਚਨਾ ਹੈ। ਠੀਕ ਹੈ, ਹੁਣ ਦੇਖੋ, ਸਭ ਤੋਂ ਪਹਿਲਾਂ ਅਸੀਂ ਜਦੋਂ ਸਾਰ ਲਿਖਣਾ ਸ਼ੁਰੂ ਕਰਨਾ ਹੈ, ਪ੍ਰਸੰਗ ਨਾਲ ਸੰਬੰਧਿਤ ਲਾਈਨਾਂ ਲਿਖਣੀਆਂ ਹਨ। ਜਿਵੇਂ ਕਿਹੜਾ ਕਾਂਡ ਹੈ? 11 ਕਾਂਡ। ਬੋਰਡ ਦਾ ਨਾਮ ISC। ਉਸ ਤੋਂ ਬਾਅਦ ਬੇਟਾ ਪੁਸਤਕ ਦਾ ਨਾਮ ਆ ਗਿਆ ਨਾਵਲ ਮੜੀ ਦਾ ਦੀਵਾ ਅਤੇ ਕਿਸ ਦੀ ਰਚਨਾ ਹੈ? ਗੁਰਦਿਆਲ ਸਿੰਘ ਜੀ ਦੀ। ਠੀਕ ਹੈ, ਨੈਕਸਟ ਦੇਖੋ, ਇਸ ਕਾਂਡ ਦਾ ਸੰਬੰਧ ਨੰਦੀ ਦੀ ਮੌਤ ਨਾਲ ਹੈ। ਅਸਲ ਵਿੱਚ ਜਦੋਂ ਸੂਟੀ ਦੇ ਮੂੰਹੋਂ ਨੰਦੀ ਦੇ ਘਰ ਬਣੀ ਠੋਲੇ ਦੀ ਮੜੀ ਦੀ ਗੱਲ ਸਾਰੇ ਵਿਹੜੇ ਵਿੱਚ ਫੈਲ ਗਈ ਤਾਂ ਲੋਕਾਂ ਨੇ ਇਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਹੁਣ ਦੇਖੋ ਬੇਟਾ, ਸੂਟੀ ਇੱਥੇ ਕੌਣ ਹੈ? ਜਗਸੀਰ ਦੀ ਗੁਆਂਢਣ। ਅਤੇ ਜਦੋਂ ਉਸ ਨੂੰ ਇਹ ਸਪਸ਼ਟ ਹੁੰਦਾ ਹੈ ਕਿ ਠੋਲੇ ਦੀ ਮੜੀ ਉਹਨਾਂ ਦੇ ਘਰ ਬਣੀ ਹੋਈ ਹੈ ਤਾਂ ਇਹ ਗੱਲ ਸਾਰੇ ਵਿਹੜੇ ਭਾਵ ਸਾਰੇ ਮੁਹੱਲੇ ਵਿੱਚ ਫੈਲ ਜਾਂਦੀ ਹੈ ਅਤੇ ਇਸ ਸੰਬੰਧੀ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਠੀਕ ਹੈ, ਨੈਕਸਟ ਦੇਖੋ, ਉਸ ਦਿਨ ਤੋਂ ਬਾਅਦ ਜਗਸੀਰ 7-8 ਦਿਨ ਮੰਜੀ 'ਤੇ ਪਿਆ ਰਿਹਾ। ਪਹਿਲਾਂ ਤਾਂ ਨੰਦੀ 4-5 ਦਿਨ ਉਸ ਨੂੰ ਠੰਡਾ ਤੱਤਾ ਦਿੰਦੀ ਰਹੀ ਅਤੇ ਫਿਰ ਉਹ ਆਪ ਵੀ ਮੰਜੀ 'ਤੇ ਡਿੱਗ ਪਈ। ਨੰਦੀ ਦੀ ਅਜਿਹੀ ਹਾਲਤ ਵੇਖ ਕੇ ਜਗਸੀਰ ਨੂੰ ਯਕੀਨ ਹੋ ਗਿਆ ਕਿ ਹੁਣ ਉਹ ਉੱਠਣ ਵਾਲੀ ਨਹੀਂ ਹੈ। ਹੁਣ ਦੇਖੋ ਬੇਟਾ, ਇਸ ਮੜੀ ਵਾਲੀ ਗੱਲ ਦਾ ਅਤੇ ਟਾਹਲੀ ਵੱਢੇ ਜਾਣ ਵਾਲੀ ਗੱਲ ਦਾ ਨੰਦੀ ਅਤੇ ਜਗਸੀਰ ਦੇ ਉੱਪਰ ਗਹਿਰਾ ਅਸਰ ਹੁੰਦਾ ਹੈ। ਜਗਸੀਰ ਵੀ 7-8 ਦਿਨ ਮੰਜੀ 'ਤੇ ਪਿਆ ਰਹਿੰਦਾ ਹੈ। ਪਹਿਲਾਂ ਤਾਂ ਨੰਦੀ 4-5 ਦਿਨ ਘਰੇਲੂ ਇਲਾਜ ਕਰਦੀ ਹੈ, ਉਸ ਨੂੰ ਠੰਡਾ ਤੱਤਾ ਦਿੰਦੀ ਹੈ, ਪਰ ਫਿਰ ਉਹ ਆਪ ਵੀ ਮੰਜੀ 'ਤੇ ਡਿੱਗ ਪੈਂਦੀ ਹੈ ਅਤੇ ਨੰਦੀ ਦੀ ਅਜਿਹੀ ਮਾੜੀ ਹਾਲਤ ਵੇਖ ਕੇ ਜਗਸੀਰ ਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਹੁਣ ਨੰਦੀ ਕੋਲੋਂ ਉੱਠਿਆ ਨਹੀਂ ਜਾਣਾ। ਨੈਕਸਟ ਦੇਖੋ ਬੇਟਾ, ਅਤੇ ਇੱਕ ਰਾਤ ਜਗਸੀਰ ਦੀ ਜਦ ਅੱਖ ਖੁੱਲ੍ਹੀ ਤਾਂ ਉਸ ਨੂੰ ਨੰਦੀ ਦੀ ਮੰਜੀ ਖਾਲੀ ਜਾਪੀ। ਜਦੋਂ ਉਹ ਉੱਠ ਕੇ ਬਾਹਰ ਆਇਆ ਤਾਂ ਉਸਨੇ ਵੇਖਿਆ ਕਿ ਨੰਦੀ ਲੁੰਜਿਆਂ ਵਾਂਗ ਹੱਥ ਪੈਰ ਘੜੀਸਦੀ ਹੋਈ ਠੋਲੇ ਦੀ ਮੜੀ ਵੱਲ ਜਾ ਰਹੀ ਸੀ ਅਤੇ ਅਚਾਨਕ ਉਸਦੀ ਸਾਹੋ ਸਾਹ ਹੋਈ ਦੀ ਧੌਣ ਇੱਕ ਪਾਸੇ ਨੂੰ ਲੁੜਕ ਗਈ। ਇਸ ਉਪਰੰਤ ਜਗਸੀਰ ਨੇ ਨੰਦੀ ਨੂੰ ਮੰਜੇ 'ਤੇ ਲੰਮੇ ਪਾ ਕੇ ਉਸ ਦੇ ਮੂੰਹ ਵਿੱਚ ਕੋਸਾ ਪਾਣੀ ਪਾਇਆ, ਪਰ ਉਸ ਨੂੰ ਕੋਈ ਸੁਰਤ ਨਾ ਆਈ। ਠੀਕ ਹੈ, ਹੁਣ ਦੇਖੋ ਬੇਟਾ, ਇਸੇ ਤਰ੍ਹਾਂ ਹੀ ਇੱਕ ਰਾਤ ਜਦੋਂ ਜਗਸੀਰ ਦੀ ਅੱਖ ਖੁੱਲ੍ਹਦੀ ਹੈ ਤਾਂ ਉਹ ਵੇਖਦਾ ਹੈ ਕਿ ਨੰਦੀ ਦੀ ਮੰਜੀ ਖਾਲੀ ਪਈ ਸੀ। ਇਸ ਲਈ ਜਦੋਂ ਉੱਠ ਕੇ ਬਾਹਰ ਆਉਂਦਾ ਹੈ ਤਾਂ ਉਸਨੇ ਵੇਖਿਆ ਕਿ ਨੰਦੀ ਲੁੰਜਿਆਂ ਵਾਂਗ ਅਪਾਹਜਾਂ ਵਾਂਗ ਹੱਥ ਪੈਰ ਘੜੀਸਦੀ ਹੋਈ ਠੋਲੇ ਦੀ ਮੜੀ ਵੱਲ ਜਾ ਰਹੀ ਸੀ ਅਤੇ ਅਚਾਨਕ ਉਸ ਦੀ ਧੌਣ ਇੱਕ ਪਾਸੇ ਨੂੰ ਲੁੜਕ ਜਾਂਦੀ ਹੈ, ਭਾਵ ਕਿ ਲਮਕ ਜਾਂਦੀ ਹੈ। ਇਸ ਲਈ ਜਗਸੀਰ ਜਲਦੀ ਜਲਦੀ ਜਾ ਕੇ ਨੰਦੀ ਨੂੰ ਚੁੱਕਦਾ ਹੈ ਅਤੇ ਮੰਜੀ 'ਤੇ ਲੰਮੀ ਪਾ ਦਿੰਦਾ ਹੈ ਅਤੇ ਫਿਰ ਉਸ ਦੇ ਮੂੰਹ ਵਿੱਚ ਕੋਸਾ ਪਾਣੀ ਪਾਉਂਦਾ ਹੈ, ਪਰ ਨੰਦੀ ਨੂੰ ਕੋਈ ਸੁਰਤ ਨਹੀਂ ਆਉਂਦੀ। ਠੀਕ ਹੈ, ਨੈਕਸਟ ਦੇਖੋ ਬੇਟਾ, ਉਸ ਸਮੇਂ ਜਗਸੀਰ ਨੇ ਇੱਕ ਵਾਰੀ ਡੇਰੇ ਵਾਲੇ ਸਾਧ ਨੂੰ ਬੁਲਾਉਣ ਬਾਰੇ ਸੋਚਿਆ, ਪਰ ਫਿਰ ਉਹ ਡੇਰੇ ਵਾਲੇ ਸਾਧ ਨੂੰ ਬੁਲਾਉਣ ਲਈ ਨਾ ਗਿਆ, ਕਿਉਂਕਿ ਉਸਨੇ ਸੋਚਿਆ ਕਿ ਜੇਕਰ ਨੰਦੀ ਨੇ ਅੱਗੇ ਪਿੱਛੇ ਮਰਨਾ ਹੀ ਹੈ ਤਾਂ ਉਸ ਨੂੰ ਹੋਰ ਦੁਖੀ ਕਰਕੇ ਕਿਉਂ ਮਾਰਨਾ ਹੈ। ਕੁਝ ਸਮੇਂ ਬਾਅਦ ਉਸ ਨੂੰ ਨੰਦੀ ਦੇ ਸਾਹ ਦੀ ਇੱਕ ਅਜੀਬ ਆਵਾਜ਼ ਸੁਣਾਈ ਦਿੱਤੀ ਅਤੇ ਜਦੋਂ ਉਸਨੇ ਉਸ ਦੀਆਂ ਨਬਜ਼ਾਂ ਟੋਹੀਆਂ ਤਾਂ ਉਹ ਕੂਹਣੀਆਂ ਤੱਕ ਆ ਗਈਆਂ ਸਨ। ਇਸ ਲਈ ਉਸਨੇ ਟੰਗਣੇ ਤੋਂ ਜੁੱਲੀ ਲਾ ਕੇ ਹੇਠਾਂ ਸੁੱਟ ਦਿੱਤੀ ਅਤੇ ਉਸ ਉੱਪਰ ਨੰਦੀ ਦੀ ਲੋਥ ਨੂੰ ਲੰਮੇ ਪਾ ਦਿੱਤਾ ਅਤੇ ਆਪ ਖੇਸ ਦੀ ਬੁੱਕਲ ਮਾਰ ਕੇ ਉਸ ਦੀ ਲੋਥ ਕੋਲ ਬੈਠ ਗਿਆ। ਹੁਣ ਦੇਖੋ ਬੇਟਾ, ਜਦੋਂ ਜਗਸੀਰ ਨੰਦੀ ਨੂੰ ਅੰਦਰ ਲਿਆ ਕੇ ਮੰਜੇ ਉੱਪਰ ਲੰਮੇ ਪਾ ਦਿੰਦਾ ਹੈ ਤਾਂ ਪਹਿਲਾਂ ਉਹ ਸੋਚਦਾ ਹੈ ਕਿ ਨੰਦੀ ਦੇ ਇਲਾਜ ਲਈ ਡੇਰੇ ਵਾਲੇ ਸਾਧ ਨੂੰ ਬੁਲਾ ਲਿਆਵੇ, ਪਰ ਫਿਰ ਉਹ ਡੇਰੇ ਵਾਲੇ ਸਾਧ ਨੂੰ ਬੁਲਾਉਣ ਨਹੀਂ ਜਾਂਦਾ ਕਿਉਂਕਿ ਉਸ ਦੇ ਮਨ ਵਿੱਚ ਖਿਆਲ ਆਉਂਦਾ ਹੈ
ਕਿ ਜੇਕਰ ਨੰਦੀ ਨੇ ਇੱਕ ਦਿਨ ਮਰਨਾ ਹੀ ਹੈ ਤਾਂ ਉਸ ਨੂੰ ਹੋਰ ਦੁਖੀ ਕਰਕੇ ਕਿਉਂ ਮਾਰੇ। ਠੀਕ ਹੈ। ਤੇ ਕੁਝ ਸਮੇਂ ਬਾਅਦ ਅਚਾਨਕ ਹੀ ਨੰਦੀ ਦੇ ਸਾਹ ਦੀ ਇੱਕ ਅਜੀਬ ਜਿਹੀ ਆਵਾਜ਼ ਜਗਸੀਰ ਨੂੰ ਸੁਣਾਈ ਦਿੰਦੀ ਹੈ। ਠੀਕ ਹੈ। ਤੇ ਜਦੋਂ ਉਹ ਆਪਣੀ ਮਾਂ ਨੰਦੀ ਦੀਆਂ ਨਬਜ਼ਾਂ ਨੂੰ ਟੋਹਦਾ ਹੈ ਤਾਂ ਉਸ ਸਮੇਂ ਉਸ ਦੇ ਸਵਾਸਾਂ ਦੀ ਲੜੀ ਖਤਮ ਹੋ ਚੁੱਕੀ ਸੀ। ਇਸ ਲਈ ਜਗਸੀਰ ਟੰਗਣੇ ਤੋਂ ਜੁੱਲੀ ਭਾਵ ਬਿਸਤਰਾ ਲਾ ਕੇ ਹੇਠਾਂ ਸੁੱਟ ਦਿੰਦਾ ਹੈ ਤੇ ਆਪਣੀ ਮਾਂ ਨੰਦੀ ਦੀ ਲਾਸ਼ ਨੂੰ ਉਸ ਦੇ ਉੱਪਰ ਲੰਮੇ ਪਾ ਦਿੰਦਾ ਹੈ ਤੇ ਖੁਦ ਖੇਸ ਦੀ ਬੁੱਕਲ ਮਾਰ ਕੇ ਉਸ ਦੇ ਕੋਲ ਬੈਠ ਜਾਂਦਾ ਹੈ। ਠੀਕ ਹੈ। ਨੈਕਸਟ ਦੇਖੋ, ਉਸ ਨੂੰ ਇਸ ਤਰ੍ਹਾਂ ਬੈਠਿਆਂ ਬੈਠਿਆਂ ਹੀ ਲੋਈ ਪਾਟ ਪਈ। ਫਿਰ ਸਭ ਤੋਂ ਪਹਿਲਾਂ ਉਸ ਨੇ ਨੰਦੀ ਦੀ ਮੌਤ ਸੰਬੰਧੀ ਵਿਹੜੇ ਦੀਆਂ ਇੱਕ ਦੋ ਸਿਆਣੀਆਂ ਔਰਤਾਂ ਤੇ ਬੰਦਿਆਂ ਨੂੰ ਦੱਸਿਆ ਤੇ ਆਪ ਧਰਮ ਸਿੰਘ ਦੇ ਘਰ ਚਲਾ ਗਿਆ। ਜਦੋਂ ਉਸ ਨੇ ਧਰਮ ਸਿੰਘ ਨੂੰ ਨੰਦੀ ਦੀ ਮੌਤ ਬਾਰੇ ਦੱਸਿਆ ਤਾਂ ਉਸ ਨੇ ਜਗਸੀਰ ਨੂੰ ਦਿਲਾਸਾ ਦਿੱਤਾ, ਪਰ ਉਸ ਦਾ ਮਨ ਵੀ ਡੋਲ ਗਿਆ। ਜਦੋਂ ਉਹ ਦੋਵੇਂ ਜਗਸੀਰ ਦੇ ਘਰ ਆਏ ਤਾਂ ਉਸ ਸਮੇਂ ਵਿਹੜੇ ਦੇ ਖਾਸੇ ਤੀਵੀਆਂ ਤੇ ਬੰਦੇ ਇਕੱਠੇ ਬੈਠੇ ਹੋਏ ਸਨ। ਹੁਣ ਦੇਖੋ, ਇਸ ਤੋਂ ਬਾਅਦ ਜਗਸੀਰ ਸਾਰੀ ਰਾਤ ਆਪਣੀ ਮਾਂ ਦੀ ਲਾਸ਼ ਕੋਲ ਬੈਠਾ ਰਹਿੰਦਾ ਹੈ ਤੇ ਇਸ ਤਰ੍ਹਾਂ ਬੈਠਿਆਂ ਬੈਠਿਆਂ ਹੀ ਸਵੇਰ ਹੋ ਜਾਂਦੀ ਹੈ। ਫਿਰ ਸਭ ਤੋਂ ਪਹਿਲਾਂ ਉਹ ਆਪਣੇ ਵਿਹੜੇ ਦੇ ਕੁਝ ਸਿਆਣੇ ਆਦਮੀਆਂ ਤੇ ਔਰਤਾਂ ਨੂੰ ਆਪਣੀ ਮਾਂ ਨੰਦੀ ਦੀ ਮੌਤ ਬਾਰੇ ਦੱਸਦਾ ਹੈ ਤੇ ਫਿਰ ਧਰਮ ਸਿੰਘ ਦੇ ਘਰ ਚਲਾ ਜਾਂਦਾ ਹੈ। ਤੇ ਜਦੋਂ ਉਹ ਧਰਮ ਸਿੰਘ ਨੂੰ ਨੰਦੀ ਦੀ ਮੌਤ ਸੰਬੰਧੀ ਦੱਸਦਾ ਹੈ ਤਾਂ ਪਹਿਲਾਂ ਤਾਂ ਉਹ ਜਗਸੀਰ ਨੂੰ ਦਿਲਾਸਾ ਦਿੰਦਾ ਹੈ, ਪਰ ਬਾਅਦ ਵਿੱਚ ਉਸ ਦਾ ਵੀ ਮਨ ਡੋਲ ਜਾਂਦਾ ਹੈ। ਠੀਕ ਹੈ। ਤੇ ਜਦੋਂ ਦੋਵੇਂ ਧਰਮ ਸਿੰਘ ਤੇ ਜਗਸੀਰ ਦੇ ਘਰ ਵਾਪਸ ਆਉਂਦੇ ਹਨ ਤਾਂ ਉਹ ਵੇਖਦੇ ਹਨ ਕਿ ਵਿਹੜੇ ਦੇ ਕਾਫੀ ਤੀਵੀਆਂ ਤੇ ਬੰਦੇ ਜਗਸੀਰ ਦੇ ਘਰ ਅਫਸੋਸ ਲਈ ਬੈਠੇ ਹੋਏ ਸਨ। ਨੈਕਸਟ ਦੇਖੋ, ਇਸ ਤੋਂ ਬਾਅਦ ਸੂਟੀ ਨੇ ਜਗਸੀਰ ਕੋਲੋਂ ਨੰਦੀ ਨੂੰ ਨੁਹਾ ਕੇ ਪਾਉਣ ਵਾਲੇ ਕੱਪੜੇ ਮੰਗੇ ਤਾਂ ਜਗਸੀਰ ਨੇ ਲੱਕੜ ਦੇ ਸੰਦੂਕ ਵਿੱਚੋਂ ਇੱਕ ਗਠੜੀ ਕੱਢ ਕੇ ਦੇ ਦਿੱਤੀ, ਜਿਸ ਵਿੱਚ 3 ਕੱਪੜੇ, ਖੰਮਣੀ ਤੇ ਖੱਫਣ ਸੀ ਤੇ ਉਹ ਆਪ ਉੱਥੇ ਬੈਠਾ ਬੈਠਾ ਆਪਣੇ ਖੱਫਣ ਬਾਰੇ ਸੋਚਣ ਲੱਗ ਪਿਆ। ਠੀਕ ਹੈ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਜੋ ਜਗਸੀਰ ਦੀ ਗੁਆਂਢਣ ਸੂਟੀ ਸੀ ਉਹ ਜਗਸੀਰ ਨੂੰ ਬੁਲਾਉਂਦੀ ਹੈ ਤੇ ਨੰਦੀ ਨੂੰ ਨੁਹਾ ਕੇ ਪਾਉਣ ਵਾਲੇ ਕੱਪੜੇ ਮੰਗਦੀ ਹੈ। ਉਸ ਸਮੇਂ ਜਗਸੀਰ ਅੰਦਰ ਜਾਂਦਾ ਹੈ ਤੇ ਲੱਕੜੀ ਦੇ ਸੰਦੂਕ ਵਿੱਚੋਂ ਇੱਕ ਗਠੜੀ ਕੱਢਦਾ ਹੈ, ਜਿਸ ਵਿੱਚ 3 ਕੱਪੜੇ, ਖੰਮਣੀ ਤੇ ਖੱਫਣ ਪਿਆ ਹੋਇਆ ਸੀ। ਭਾਵ ਕਿ ਨੰਦੀ ਨੇ ਆਪਣੇ ਮਰਨ ਦੇ ਸਮੇਂ ਜੋ ਵਸਤੂਆਂ ਚਾਹੀਦੀਆਂ ਸਨ ਉਹਨਾਂ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਸੀ। ਪਰ ਜਗਸੀਰ ਉੱਥੇ ਬੈਠਾ ਬੈਠਾ ਫਿਰ ਸੋਚਦਾ ਹੈ ਕਿ ਨੰਦੀ ਖੁਦ ਤਾਂ ਆਪਣੇ ਖੱਫਣ ਦਾ ਪ੍ਰਬੰਧ ਕਰ ਗਈ ਹੈ, ਪਰ ਜਗਸੀਰ ਦੇ ਖੱਫਣ ਬਾਰੇ ਕੌਣ ਸੋਚੇਗਾ, ਉਸ ਦੇ ਖੱਫਣ ਦਾ ਕੌਣ ਪ੍ਰਬੰਧ ਕਰੇਗਾ। ਠੀਕ ਹੈ। ਨੈਕਸਟ ਦੇਖੋ, ਉਸ ਸਮੇਂ ਉਸ ਦਾ ਚਿਹਰਾ ਇੱਕ ਬਹੁ-ਰੰਗਾ ਭੇਤ ਬਣ ਗਿਆ, ਜਿਸ ਉੱਤੇ ਕਦੀ ਓਪਰੀ ਮੁਸਕਾਨ, ਕਦੀ ਉਦਾਸੀ ਤੇ ਕਦੀ ਕਿਸੇ ਉਲਝਣ ਦੇ ਰੰਗ ਉੱਗੜ ਰਹੇ ਸਨ, ਜਿਨ੍ਹਾਂ ਨੂੰ ਸਿਰਫ ਜਗਸੀਰ ਦੀ ਆਤਮਾ ਹੀ ਮਹਿਸੂਸ ਕਰ ਸਕਦੀ ਸੀ। ਫਿਰ ਇਸੇ ਤਰ੍ਹਾਂ ਹੀ ਜਗਸੀਰ ਸੰਦੂਕ ਦੇ ਕੋਲ ਬੈਠਾ ਬੈਠਾ ਸੋਚਾਂ ਵਿੱਚ ਡੁੱਬ ਜਾਂਦਾ ਹੈ ਤੇ ਉਸ ਦੇ ਚਿਹਰੇ 'ਤੇ ਕਈ ਰੰਗ ਆਉਂਦੇ ਹਨ। ਕਦੀ ਉਸ ਦੇ ਹੋਠਾਂ ਦੇ ਉੱਪਰ, ਉਸ ਦੇ ਬੁੱਲ੍ਹਾਂ ਦੇ ਉੱਪਰ ਇੱਕ ਓਪਰੀ ਜਿਹੀ ਮੁਸਕਾਨ ਦਿਖਾਈ ਦਿੰਦੀ ਹੈ ਤੇ ਕਦੀ ਉਸ ਦੀਆਂ ਅੱਖਾਂ ਵਿੱਚ ਇੱਕ ਉਦਾਸੀ ਨਜ਼ਰ ਆਉਂਦੀ ਹੈ ਤੇ ਕਦੇ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਸੰਬੰਧੀ ਇੱਕ ਉਲਝਣ ਜਿਹੀ ਪੈਦਾ ਹੁੰਦੀ ਹੈ। ਠੀਕ ਹੈ। ਨੈਕਸਟ ਦੇਖੋ ਬੇਟਾ, ਇਸ ਉਪਰੰਤ ਨੰਦੀ ਦਾ ਅੰਤਿਮ ਸੰਸਕਾਰ ਹੋਣ 'ਤੇ ਦਿਨ ਦੇ ਛਪਾ ਨਾਲ ਸਾਰੇ ਲੋਕ ਆਪੋ ਆਪਣੇ ਘਰ ਚਲੇ ਗਏ ਅਤੇ ਸਿਰਫ ਜਗਸੀਰ ਤੇ ਧਰਮ ਸਿੰਘ ਦੋਵੇਂ ਰਹਿ ਗਏ। ਉਸ ਸਮੇਂ ਧਰਮ ਸਿੰਘ ਜਗਸੀਰ ਦੇ ਨਾਲ ਟਾਹਲੀ ਵੱਢੇ ਜਾਣ ਤੋਂ ਬਾਅਦ ਘਰ ਵਿੱਚ ਪਏ ਕਲੇਸ਼ ਦਾ ਜ਼ਿਕਰ ਕਰਦਾ ਹੈ ਅਤੇ ਆਪਣੇ ਮਨ ਦੀਆਂ ਭਾਵਨਾਵਾਂ ਉਸ ਨਾਲ ਸਾਂਝੀਆਂ ਕਰਦੇ ਹੋਏ ਆਖਦਾ ਹੈ ਕਿ ਹੁਣ ਤਾਂ ਲੋਕਾਂ ਦੇ ਮਨਾਂ ਵਿੱਚੋਂ ਮੋਹ ਦੀ ਭਾਵਨਾ ਹੀ ਖਤਮ ਹੁੰਦੀ ਜਾ ਰਹੀ ਹੈ ਅਤੇ ਅਜਿਹੀ ਜ਼ਮੀਨ ਜਾਇਦਾਦ ਨੂੰ ਅੱਗ ਲਾਉਣੀ ਹੈ ਜਦੋਂ ਬੰਦਿਆਂ ਦੇ ਮਨ ਹੀ ਆਪਸ ਵਿੱਚ ਨਾ ਮਿਲਣ। ਹੁਣ ਦੇਖੋ ਬੇਟਾ, ਜਦੋਂ ਨੰਦੀ ਦਾ ਅੰਤਿਮ ਸੰਸਕਾਰ ਹੋ ਜਾਂਦਾ ਹੈ ਤਾਂ ਉਸ ਸਮੇਂ ਸਾਰੇ ਲੋਕ ਦਿਨ ਛਿਪਣ ਤੋਂ ਬਾਅਦ ਆਪੋ ਆਪਣੇ ਘਰ ਚਲੇ ਜਾਂਦੇ ਹਨ ਤੇ ਸਿਰਫ ਜਗਸੀਰ ਤੇ ਧਰਮ ਸਿੰਘ ਹੀ ਰਹਿ ਜਾਂਦੇ ਹਨ। ਤਾਂ ਧਰਮ ਸਿੰਘ ਜਗਸੀਰ ਦੇ ਨਾਲ ਆਪਣੇ ਮਨ ਦੀਆਂ ਭਾਵਨਾਵਾਂ, ਆਪਣੇ ਮਨ ਦੇ ਦੁੱਖ ਸਾਂਝੇ ਕਰਦਾ ਹੈ ਕਿ ਹੁਣ ਤੇ ਲੋਕਾਂ ਦੇ ਦਿਲਾਂ ਵਿੱਚੋਂ ਮੋਹ ਪਿਆਰ ਦੀ ਭਾਵਨਾ ਖਤਮ ਹੁੰਦੀ ਜਾ ਰਹੀ ਹੈ
ਤੇ ਸਿਰਫ ਜ਼ਮੀਨ ਜਾਇਦਾਦ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਤੇ ਅਜਿਹੀ ਜ਼ਮੀਨ ਜਾਇਦਾਦ ਨੂੰ ਕੀ ਅੱਗ ਲਾਉਣੀ ਹੈ ਜਦੋਂ ਇਨਸਾਨ ਰਿਸ਼ਤਿਆਂ ਨੂੰ ਹੀ ਪਹਿਲ ਨਾ ਦੇਵੇ, ਜਦੋਂ ਇਨਸਾਨਾਂ ਦੇ ਮਨ ਹੀ ਆਪਸ ਵਿੱਚ ਨਾ ਮਿਲਣ। ਠੀਕ ਹੈ, ਨੈਕਸਟ ਦੇਖੋ ਬੇਟਾ। ਫਿਰ ਉਹ ਆਪਣੇ ਘਰ ਚਲਾ ਗਿਆ ਅਤੇ ਡੂੰਘੇ ਸੋਤੇ ਹੋਏ ਆਪ ਰੋਟੀ ਖਾ ਕੇ ਅਤੇ ਜਗਸੀਰ ਲਈ 2 ਰੋਟੀਆਂ ਲੈ ਕੇ ਮੁੜ ਆਇਆ। ਫਿਰ ਉਹ ਦੋਵੇਂ ਡੂੰਘੀ ਰਾਤ ਤੱਕ ਆਪਸ ਵਿੱਚ ਗੱਲਾਂ ਕਰਦੇ ਰਹੇ। ਤੀਜੇ ਦਿਨ ਧਰਮ ਸਿੰਘ ਨੇ ਜਗਸੀਰ ਨੂੰ 50 ਰੁਪਏ ਦੇ ਕੇ ਨੰਦੀ ਦੇ ਫੁੱਲ ਹਰਿਦੁਆਰ ਪਾਉਣ ਲਈ ਆਖਿਆ ਤੇ ਉਸ ਦੇ ਮਰਨੇ ਤੇ ਆਉਣ ਵਾਲੇ ਖਰਚ ਪ੍ਰਤੀ ਵੀ ਨਿਸ਼ਚਿੰਤ ਰਹਿਣ ਲਈ ਕਿਹਾ। ਇਸ ਤੋਂ ਬਾਅਦ ਦੋਵਾਂ ਦੀਆਂ ਅੱਖਾਂ ਵਹਿ ਤੁਰੀਆਂ। ਠੀਕ ਹੈ, ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਧਰਮ ਸਿੰਘ ਜਦੋਂ ਆਪਣੇ ਮਨ ਦੀਆਂ ਭਾਵਨਾਵਾਂ ਜਗਸੀਰ ਨਾਲ ਸਾਂਝੀਆਂ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ ਆਪਣੇ ਘਰ ਚਲਾ ਜਾਂਦਾ ਹੈ ਤੇ ਡੂੰਘੇ ਸੋਤੇ ਹੋਏ ਜਦੋਂ ਰੋਟੀ ਖਾ ਕੇ ਵਾਪਸ ਆਉਂਦਾ ਹੈ ਤਾਂ ਉਸ ਸਮੇਂ ਜਗਸੀਰ ਲਈ ਵੀ 2 ਰੋਟੀਆਂ ਲੈ ਆਉਂਦਾ ਹੈ। ਤੇ ਫਿਰ ਉਹ ਦੋਵੇਂ ਆਪਸ ਵਿੱਚ ਕਾਫੀ ਰਾਤ ਤੱਕ ਗੱਲਾਂ ਕਰਦੇ ਰਹਿੰਦੇ ਹਨ। ਤੇ ਤੀਸਰੇ ਦਿਨ ਧਰਮ ਸਿੰਘ ਜਗਸੀਰ ਨੂੰ 50 ਰੁਪਏ ਦਿੰਦਾ ਹੈ ਅਤੇ ਨੰਦੀ ਦੇ ਫੁੱਲ ਹਰਿਦੁਆਰ ਪਾਉਣ ਲਈ ਆਖਦਾ ਹੈ ਅਤੇ ਨਾਲ ਹੀ ਉਹ ਜਗਸੀਰ ਨੂੰ ਨੰਦੀ ਦੇ ਮਰਨੇ ਉੱਤੇ ਆਉਣ ਵਾਲੇ ਖਰਚ ਪ੍ਰਤੀ ਵੀ ਬੇਫਿਕਰ ਰਹਿਣ ਲਈ ਆਖਦਾ ਹੈ। ਇਸ ਤਰ੍ਹਾਂ ਦੋਵੇਂ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਹਨ ਤੇ ਇਸ ਤੋਂ ਬਾਅਦ ਦੋਵਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ। ਠੀਕ ਹੈ, ਓਕੇ ਬੇਟਾ, ਇੱਥੇ ਤੱਕ ਸਾਡਾ ਕਾਂਡ ਨੰਬਰ 11 ਦਾ ਸਾਰ ਕੰਪਲੀਟ ਹੋ ਗਿਆ ਹੈ ਅਤੇ ਇਹ ਸਾਰ ਤੁਸੀਂ ਆਪਣੀਆਂ ਕਾਪੀਜ਼ ਦੇ ਉੱਪਰ ਲਿਖਣਾ ਹੈ। ਓਕੇ ਬੇਟਾ, ਥੈਂਕ ਯੂ।